है जी, चारों तरफ दरिया सतलुज जिहड़ा है पानी पानी बाहर कड्डी खड़ा है। तो आ छोटा जिहा बन है तुहानूं विखांदा कैमरामैन, ये अपनी मदद आप दे तहत जिन्हें आप बनाया गया है। तो कमज़ोर जिहा बन है, अगर पानी च इजाफा होंदा है तो पिंड एक साइड तो डुब्बिया जाता है, जिहड़ी साइड बची हुई है ये भी खतरा ही है। तो साढ़े नाल किसान भाई इत्थों दे मौजूद ने, जमींदार ने अला यार भाई साहब, उनका काफ़ी रकबा जिहड़ा इहदे विच आ गया है। तो पूरी तफसील उन्होंने को लैने जी। अस्सलाम वालेकुम यार भाई, ठीक हो? अच्छा, ये सानू दसो जी अपने सर ना ये हद्दे निगाह तक जितना तक तुसी नज़र जा रही है उस साइड तक टोटल फसलां हैं जी जी फसलां हुण नज़र नहीं आदियां पईयां, इतना को पानी उत्ते फसलां दे। अच्छा, ते तकरीबन काफ़ी हज़ार तो ऊपर जिहड़ा है वो ज़ेरे काश्त रकबा जिहड़ा है अपने पिंड दा अपने पिंड दा वो जी डुब गया है। ते बाकी फिर पानी ज़्यादा है बन बनना है, पानी इंटर हुंदा पिया सी पिंड नूं। ये आदि मदद आपके तहत इत्थे जिहड़ा है ट्रैक्टर ट्रूक्टर ला के बनाया है आसरा, इहदे नाल कुछ फायदा है कि पानी पिंड नूं इस साइड तो इंटर नहीं होया। ते बाकी फिर हुण उत्ते ही है, रात दे भी इत्थे है सी तो हुण भी काफ़ी ख्याल करते पे जी। करदे पे कि अल्लाह ताला मेहरबानी फरमावे। अच्छा, सब तो पहले जिहड़ा वड्डा डोबा आया सी वो किहड़े साले च आया सी? ये 88 सर 1988 च। उस तो बाद कितनी बारी पानी आया है? उस तो बाद 2 तो 3 दफ़ा पानी आया है या 4 दफ़ा, लेकिन वो इतनी वसी मिकदार च नहीं आता, वो बस आंदा तो फौरी रिटर्न हो जाता। अच्छा, वापस चला इस गया। दफ़ा जिहड़ा पानी है वो काफ़ी ज़्यादा हद तक आया है बई इस साइड तक पानी कदे भी साडे पिंड नूं इंटर नहीं होया, जिहड़ा हुण इस दफ़ा असीं बड़ा जोर नाल काबू कीती खड़े हैं जी। ते बाकी फिर जिहड़े हैं फसलां। अच्छा, नुकसान दे बारे दसो भी। तकरीबन तुसीं कहंदे पे 1000 एकड़ तो ज़्यादा रकबा जिहड़ा काश्त हैगा सी ते वो ज़ेरे आब आ गया है। हाँ जी, ते ਉਹਦਾ ਫਿਰ ਉਹ ਤੇ ਡੁੱਬ ਅੰਦਾਜ਼ਾ ਗਿਆ। ਹੀ ਨਹੀਂ ਸਰ ਲਗਾਇਆ ਜਾ ਸਕਦਾ। ਤੇ ਕਿਹੜੀ ਕਿਹੜੀ ਫਸਲ ਲੱਗੀ ਹੋਈ ਸੀ ਇੱਥੇ ਇੱਥੇ? ਮੂੰਜੀ, ਤਿਲੀ ਤੇ ਮੱਕੀ ਵਗੈਰਾ ਹੈ ਸੀ, ਇਹ ਜ਼ਿਆਦਾ ਇਹਨਾਂ ਨੂੰ ਮੁਤਾਸਰ ਹੋਇਆ ਹੈ। ਜ਼ਿਆਦਾ ਮੁਤਾਸਰ ਹੋਇਆ। ਤੇ ਇਹ ਮੈਨੂੰ ਦੱਸੋ ਵੀ ਹਕੂਮਤੀ ਸਰਪ੍ਰਸਤੀ ਦੇ ਵਿੱਚ ਕੋਈ ਹਕੂਮਤ ਦੇ ਨੁਮਾਇੰਦੇ ਜਾਂ ਕੋਈ ਉਹਨਾਂ ਦੀ ਮਸ਼ੀਨਰੀ ਆਈ ਹੋਵੇ ਜਿਨ੍ਹਾਂ ਤੁਹਾਡੀ ਹੈਲਪ ਕੀਤੀ ਹੋਵੇ? ਬਿਲਕੁਲ ਹੀ ਆਪ ਹੀ ਜਿੰਨਾ ਹੋ ਸਕੇ, ਜਿੰਨਾ ਕੋ ਅਸੀਂ ਮੈਨੇਜ ਕਰ ਸਕਨੇ ਆ ਜਾਂ ਜਿੰਨਾ ਕੋ ਸਾਡੇ ਚ ਹੈ ਅਸੀਂ ਆ ਬੰਨ ਬੁੰਨ ਬੰਨੀ ਖੜੇ ਹਾਂ ਜੀ। ਬਾਕੀ ਫਿਰ ਅੱਲਾ ਦੇ ਸਪੋਰਟ ਦਾ ਗਵਰਨਮੈਂਟ ਦਾ ਸਾਡੇ ਕੋਲ ਕੋਈ ਇੱਥੇ ਮਤਲਬ ਐਸੀ ਨਹੀਂ ਚੀਜ਼ ਜਿਹੜੀ ਹੈ ਸਾਨੂੰ ਇੱਥੇ। ਅੱਛਾ, ਇਹ ਜਿਹੜਾ ਆਪਣੇ ਪਿੰਡ ਦਾ ਨਾਂ ਕੀ ਹੈ ਤੇ ਕਿਹੜੀ ਜਗ੍ਹਾ ਤੇ? ਇਹ ਵਾਸੂ ਆਲਮ ਕਾ ਹੈਡ ਸੁਲੇਮਾਨ ਕੀ ਤੂੰ ਥੱਲੇ ਵਾਲੀ ਸਾਈਡ ਤੇ ਤਕਰੀਬਨ 2 ਤੋਂ 3 ਕਿਲੋਮੀਟਰ ਇਹ ਪਿੰਡ ਪੈਂਦਾ ਹੈ ਜੀ। ਅੱਛਾ, ਨਹਿਰ ਦੇ ਕਿਨਾਰੇ ਤੇ ਇਹ ਉਹ। ਤੇ ਤੁਸੀਂ ਹੁਣ ਦੱਸੋ ਵੀ ਹਕੂਮਤ ਨਾਲ ਤੁਹਾਨੂੰ ਕੀ ਉਮੀਦ ਹੈ ਵੀ ਤੁਹਾਡਾ ਨੁਕਸਾਨ ਦਾ ਜਿਹੜਾ ਅਜ਼ਾਲਾ ਕਿਸ ਤਰੀਕੇ ਕਰੇ? ਹਕੂਮਤ ਨਾਲ ਸਾਡੀ ਅਸੀਂ ਰਿਕੁਐਸਟ ਹੀ ਕਰ ਸਕਦੇ ਕਿ ਸਾਡੀ ਤਬਾਹੀ ਬਹੁਤ ਜ਼ਿਆਦਾ ਹੱਦ ਤੱਕ ਹੋ ਚੁੱਕੀ ਹੈ ਤੇ ਜਿੰਨਾ ਵੀ ਹੋ ਸਕੇ ਵੀ ਗਵਰਨਮੈਂਟ ਸਾਨੂੰ ਮਤਲਬ ਸਪੋਰਟ ਕਰੇ, ਜਿਸ ਤਰ੍ਹਾਂ ਵੀ ਹੋ ਸਕੇ, ਜਿਸ ਮਾਦੇ 'ਚ ਵੀ ਹੋ ਸਕੇ ਕਿ ਸਾਡੇ ਕੁਝ ਮਤਲਬ ਹੈ ਜਿਹੜੇ ਹਨ ਨੁਕਸਾਨਾਤ ਤਾਂ ਬਹੁਤ ਜ਼ਿਆਦਾ ਹਨ, ਬਹੁਤ ਵਸੀ ਹਨ, ਲੇਕਿਨ ਜਿੰਨਾ ਹੋ ਸਕੇ ਅਸੀਂ ਉਮੀਦ ਕਰਨੇ ਕਿ ਸਾਡੇ ਨਾਲ ਮਿਹਰਬਾਨੀ ਗਵਰਨਮੈਂਟ ਕਰ ਦੇਵੇ ਕਿਸੇ ਵੀ ਮਾਦੇ 'ਚ, ਚਾਹੇ ਉਹ ਬਿੱਲਾਂ ਦੀ ਮਾਦੇ 'ਚ ਕਰ ਦੇਵੇ, ਚਾਹੇ ਉਹ ਕੋਈ ਜ਼ਰਈ ਮਤਲਬ ਹੈ ਜਿਹੜੇ ਕਰਜ਼ਾ ਜਾਤ ਹਨ ਉਹਨਾਂ ਦੀ ਮਾਦੇ 'ਚ, ਜਾਂ ਕੋਈ ਹੋਰ ਇਸ ਤਰ੍ਹਾਂ ਦਾ ਸਾਡੇ ਨਾਲ ਮਤਲਬ ਮਿਹਰਬਾਨੀ ਕਰ ਦੇਵੇ। ਇਹ ਫੀ ਕਿੱਲੇ ਦੇ ਹਿਸਾਬ ਨਾਲ ਕਿੰਨਾ ਨੁਕਸਾਨ ਹੋਇਆ ਹੈ ਫਸਲਾਂ ਦੇ ਮੁਤਾਬਕ ਇੱਕ ਫਸਲ ਦਾ? ਇੱਕ ਫਸਲ ਅਗਰ ਤਿਲੀ ਦਾ ਅੰਦਾਜ਼ਾ ਲਾਇਆ ਜਾਵੇ ਤੇ 2 ਤੋਂ 2.5 ਲੱਖ ਦਾ 1 ਏਕੜ ਹੈ ਜੀ, ਤੇ ਮੂੰਜੀ ਦਾ ਲਾਇਆ ਜਾਵੇ ਤੇ ਉਹ 2.5-3 ਦਾ ਉਹ ਵੀ ਹੈ, ਮੱਕੀ ਦਾ ਲਾਇਆ ਜਾਵੇ ਮਤਲਬ 2 ਤੋਂ 2.5 ਲੱਖ ਮੈਕਸੀਮਮ ਜਿਹੜਾ ਵੀ ਹੈ ਫਸਲ ਹੈ ਉਹਦਾ ਇਹ ਹੈ ਮਤਲਬ ਜਿਹੜੀ ਉਹ ਸਾਨੂੰ ਆਊਟਪੁੱਟ ਹੁੰਦੀ ਮਿਲਦੀ ਹੈ, ਉਹ ਸਾਡਾ ਨੁਕਸਾਨ ਹੋਇਆ ਫੀ ਏਕੜ ਦਾ। ਮਤਲਬ ਜੋ ਤੁਹਾਨੂੰ ਉਮੀਦਾਂ ਸਨ ਉਹ ਇਸ ਦਰਿਆ ਨੇ ਲੋੜ ਛੱਡੀਆਂ ਨੇ ਸਰ, ਕੋਈ ਚੀਜ਼ ਹੀ ਨਹੀਂ ਬਚੀ। ਤੇ ਸਾਡੇ ਨਾਲ ਇੱਕ ਹੋਰ ਕਿਸਾਨ ਭਾਈ ਮੌਜੂਦ ਨੇ, ਉਹਨਾਂ ਨਾਲ ਗੱਲ ਕਰਨੇ। ਜੀ ਭਾਈਜਾਨ, ਤੁਸੀਂ ਵੀ ਦੱਸੋ ਤੁਹਾਡੀ ਜ਼ਿੰਦਗੀ ਵਿੱਚ ਕਿੰਨੀ ਵਾਰੀ ਆਇਆ ਪਾਣੀ? ਪਾਣੀ ਤਾਂ ਜੀ 88 ਵਾਲਾ ਇਸ ਤਰੀਕੇ ਗਾ। ਅੱਛਾ, ਤੇ ਉਸ ਤੋਂ ਬਾਅਦ ਇਹਨੇ ਉਸ ਤਰ੍ਹਾਂ ਨੁਕਸਾਨ ਕੀਤਾ ਜਿਸ ਤਰੀਕੇ 88 ਚ ਹੋਇਆ ਸੀ। ਤੇ ਜਿਹੜੇ ਦੂਸਰੇ ਗਏ ਉਹਦੇ ਚ ਕੋਈ ਹੱਥ ਪਜਦ ਬਚਦਾ ਰਿਹਾ, ਹੱਥ ਪਜਦ ਖਤਮ ਹੁੰਦਾ। ਬਹੁਤ ਦੁੱਖ ਹੋ ਰਿਹਾ ਹੈ ਕਿਸਾਨ ਵੀਰ ਭਰਾਓ, ਇਹਨਾਂ ਫਸਲਾਂ ਤੇ ਕਾਫੀ ਦੋਸਤਾਂ ਨੂੰ ਉਮੀਦ ਸੀ, ਕਿਸੇ ਨੇ ਟਰੈਕਟਰ ਖਰੀਦਣਾ ਸੀ, ਕਿਸੇ ਨੇ ਘਰ ਖਰੀਦਣਾ ਸੀ, ਕਿਸੇ ਨੇ ਸ਼ਾਦੀ ਕਰਨੀ ਹੈ, ਹਰ ਤਰ੍ਹਾਂ ਦੀਆਂ ਉਮੀਦਾਂ ਨੇ ਜਿਹੜੀਆਂ ਇਸ ਪਾਣੀ ਵਿੱਚ ਬਹਿ ਗਈਆਂ ਨੇ। ਤੇ ਸਾਡੇ ਨਾਲ ਇੱਕ ਪਰਲੀ ਸਾਈਡ ਦੇ ਸਾਹਮਣੇ ਰੰਗਜ਼ੇਬ ਸਾਹਿਬ ਕਿਸਾਨ ਭਾਈ ਮੌਜੂਦ ਨੇ, ਉਹਨਾਂ ਨਾਲ ਗੱਲ ਕਰਨੇ ਆ। ਜੀ ਰੰਗਜ਼ੇਬ ਭਾਈ, ਤੁਸੀਂ ਦੱਸੋ ਵੀ ਕਿੰਨੇ ਅਰਸੇ ਤੋਂ ਤੁਸੀਂ ਇਸ ਪਿੰਡ 'ਚ ਰਹਿਣ ਵਾਲੇ ਜੇ? ਤਕਰੀਬਨ ਸਾਡੇ ਆਬਾਦ ਇਸੇ ਤੇ ਆਬਾਦ ਹੈਗੇ ਹਾਂ। ਅੱਛਾ,
ਤਕਰੀਬਨ 100 ਸਾਲ ਦੇ ਨਜ਼ਦੀਕ ਰਾਉਂਡ ਅਬਾਊਟ ਹੈ 100 ਸਾਲ ਦੇ। ਸਾਡੇ ਦਾਦਾ ਪੜਦਾਦਾ ਜਿਹੜੇ ਇੱਥੇ ਰਹੇ ਨੇ, ਅਸੀਂ ਉੱਥੋਂ ਦੀ ਇੱਥੇ ਆਬਾਦਕਾਰੀ ਸਾਡੀ ਹੈ। ਇਨਸ਼ਾਅੱਲਾ ਕਾਫੀ ਅਰਸਾ ਸਾਨੂੰ ਇੱਥੇ ਹੋ ਗਿਆ ਆਇਆ ਹੋਇਆ। ਤੇ ਇਹ ਹੁਣ ਦੱਸੋ ਵੀ ਤੁਹਾਡੀ ਵੀ ਫਸਲ ਡੁੱਬ ਗਈ ਹੈ, ਤੇ ਕੀ ਹਕੂਮਤ ਨੂੰ ਕਹਿਣਾ ਚਾਹੋਗੇ? ਹਕੂਮਤ ਨੂੰ ਜਿਸ ਤਰ੍ਹਾਂ ਮੇਰਾ ਛੋਟੇ ਭਾਈ ਕਹਿ ਰਹੇ ਸਨ, ਅੱਲਾ ਯਾਰ ਸਾਹਿਬ ਕਹਿ ਰਹੇ ਸਨ ਕਿ ਹਕੂਮਤ ਨੂੰ ਲਾਜ਼ਮਨ ਸਾਡੇ ਨਾਲ ਕੋਈ ਜਿਹੜਾ ਨਾ ਕੰਪਰੋਮਾਈਜ਼ ਕਰਨਾ ਚਾਹੀਏ, ਕਿਸੇ ਵੀ ਮੱਧ ਵਿੱਚ ਕਰ ਸਕਦੇ ਇਹਨੂੰ, ਬੀਜ ਵਗੈਰਾ ਦੇ ਦੇਣ, ਖਾਦ ਵਗੈਰਾ ਨੈਕਸਟ ਫਸਲ ਵਾਸਤੇ ਦੇ ਦੇਣ, ਜਾਂ ਕੋਈ ਪੈਸਾ ਵਗੈਰਾ ਦੇ ਦੇਣ, ਯਾਰ ਉਸ ਤੋਂ ਇਲਾਵਾ ਜਿਸ ਤਰ੍ਹਾਂ ਬਿੱਲਾਂ ਦੀ ਸ਼ਕਲ ਵਿੱਚ ਭਾਈ ਅੱਲਾ ਯਾਰ ਕਹਿ ਰਹੇ ਸਨ। ਅੱਛਾ ਮੈਨੂੰ ਦੱਸੋ ਵੀ ਤੁਹਾਡੇ ਸਬਜ਼ ਚਾਰਾ ਮੈਨੂੰ ਜਵਾਰ ਨਜ਼ਰ ਆਉਂਦੀ ਪਈ ਹੈ, ਥੋੜੀ ਉੱਪਰ ਖੜੀ ਹੈ, ਬਾਕੀ ਤੇ ਫਸਲਾਂ ਹੋ ਗਈਆਂ ਨੇ ਖਰਾਬ, ਇਹ ਵੀ ਇੱਕ ਤਰ੍ਹਾਂ ਤਬਾਹੀ ਹੋਈ ਪਈ। ਹੁਣ ਜਾਨਵਰਾਂ ਦਾ ਕੀ ਕੀਤਾ? ਉਹਨਾਂ ਨੂੰ ਪੱਠੇ ਕਿੱਥੋਂ ਲਿਆ ਕੇ ਪਾਉਂਦੇ ਪਏ? ਉਹ ਦੇਖ ਜ਼ਿਆਦਾ ਮੁਸ਼ਕਿਲ ਹੋ ਗਈ। ਸਾਡੇ ਲੋਕ ਜਿਹੜੇ ਹਨ ਜਾਨਵਰਾਂ ਦੀ ਵਜ੍ਹਾ ਤੋਂ ਬੜੇ ਕਾਫੀ ਪਰੇਸ਼ਾਨ ਹਨ। ਲੋਕਾਂ ਨੇ ਜਾ ਕੇ ਦੂਸਰੇ ਇਲਾਕਿਆਂ ਜਾ ਕੇ ਚਰੀ ਵਗੈਰਾ ਦਾ ਕੋਸ਼ਿਸ਼ ਕੀਤੀ ਕਿ ਸਾਨੂੰ ਮੁੱਲ ਹੀ ਮਿਲ ਜਾਵੇ, ਮਗਰ ਉਹਨਾਂ ਨੂੰ ਨਹੀਂ ਮਿਲ ਸਕੀ। ਲੋਕ ਬੜੇ ਪਰੇਸ਼ਾਨੀ ਦਾ ਸ਼ਿਕਾਰ ਹਨ, ਖਾਸ ਕਰਕੇ ਜਾਨਵਰਾਂ ਦੀ ਵਜ੍ਹਾ ਤੋਂ। ਖੁਰਾਕ ਹੀ ਨਹੀਂ ਹੈ ਜਾਨਵਰਾਂ ਨੂੰ, ਇਸ ਵਜ੍ਹਾ ਤੋਂ ਬੜੇ ਨੁਕਸਾਨ ਵਿੱਚ ਸਾਡਾ ਕਾਫੀ ਨੁਕਸਾਨ ਹੋ ਰਿਹਾ ਜਾਨਵਰਾਂ ਦੇ ਵਿੱਚ। ਤਕਰੀਬਨ 200-250 ਏਕੜ ਜਿਹੜਾ ਰਕਬਾ ਸੀ ਉਹ ਦਰਿਆ ਨੇ ਆਪਣੇ ਕਟਾਓ ਨਾਲ ਖਤਮ ਕਰ ਛੱਡਿਆ। ਉਸ ਤੋਂ ਇਲਾਵਾ ਸਾਡੇ ਭਾਈ ਮੀਆਂ ਵਾਲਾ ਯਾਰ ਸਾਹਿਬ ਬੈਠੇ ਨੇ, ਸਾਡੇ ਭਾਈ, ਇਹਨਾਂ ਨੇ 1 ਕਰੋੜ ਰੁਪਏ ਦੀ 7 ਏਕੜ ਜ਼ਮੀਨ ਲਈ ਸੀ, ਜਿਹੜੀ ਕਿ ਉਹ ਵੀ ਦਰਿਆ ਦੇ ਵਿੱਚ ਚਲੀ ਗਈ। ਬਿਲਕੁਲ ਨਕਾਰਾ ਹੋ ਚੁੱਕੀ ਹੈ, ਉਹ ਦਰਿਆ ਨੇ ਕਟਾਓ ਵਿੱਚ ਲੈ ਕੇ ਖਤਮ ਕਰ ਛੱਡੀ ਹੈ ਜੀ। ਭਾਈ ਅੱਲਾ ਯਾਰ ਇਹ ਦੱਸੋ ਵੀ ਆਪਣੀਆਂ ਕਿੱਥੇ ਕਮੀਆਂ ਨੇ ਵੀ ਜਦੋਂ ਸਾਨੂੰ ਪਾਣੀ ਦੀ ਲੋੜ ਹੁੰਦੀ ਹੈ ਇੰਡੀਆ ਪਿੱਛੋਂ ਪਾਣੀ ਬੰਦ ਕਰ ਲੈਂਦੇ, ਉਹਨਾਂ ਡੈਮ ਬਣਾ ਲੈਣੇ। ਹੁਣ ਜਦੋਂ ਸਾਨੂੰ ਪਾਣੀ ਦੀ ਲੋੜ ਨਹੀਂ ਹੈ ਉਹਨਾਂ ਨੇ ਪਾਣੀ ਛੱਡ ਤੇ ਸਾਨੂੰ ਡੋਬ ਛੱਡਿਆ, ਇਹਦੇ ਤੇ ਤੁਸੀਂ ਕੀ ਕਹਿੰਦੇ ਹੋ? ਸਰ ਅਸੀਂ ਬੜੀ ਮੁਸ਼ਕਿਲ ਨਾਲ ਆਦੀ ਜਿਹੜੀ 20-25 ਏਕੜ ਰਕਬਾ ਹੈ ਉਹਨੂੰ ਬੜਾ ਮੁਸ਼ਕਿਲ ਨਾਲ ਸੈਰਾਬ ਕਰੀਦਾ, ਪੀਟਰਾਂ ਨਾਲ ਜਾਂ ਬੋਰਾਂ ਨਾਲ ਜਾਂ ਬੜੇ ਔਖੇ ਡੀਜ਼ਲਾਂ ਤੇ, ਜਿਸੇ ਉਹਨਾਂ ਤੋਂ ਓਵਰ ਪਾਣੀ ਹੁੰਦਾ ਉਹ ਸਾਡੇ ਮਨੇ ਟੋਰ ਦਿੰਦੇ ਹਨ। ਅਸੀਂ ਇਹ ਗੁਜ਼ਾਰਿਸ਼ ਆਦੀ ਗੌਰਮੈਂਟ ਨੂੰ ਕਰਾਂਗੇ ਕਿ ਜਾਂ ਤਾਂ ਪ੍ਰੋਪਰ ਤਰੀਕੇ ਨਾਲ ਉਹਨੂੰ ਬੰਦ ਕੀਤਾ ਜਾਵੇ, ਕਿ ਸਾਨੂੰ ਅਸੀਂ ਮਤਲਬ ਆਦੀ ਮਦਦ ਆਪਕੇ ਤਹਿਤ ਚੱਲਦੇ ਪਏ ਨਾ, ਫਸਲਾਂ ਪਕਾਉਂਦੇ ਪਏ, ਤੇ ਅਸੀਂ ਉਹ ਮੈਨੇਜ ਕਰ ਲਵਾਂਗੇ, ਤੇ ਜਾਂ ਫਿਰ ਸਾਨੂੰ ਪ੍ਰੋਪਰ ਤਰੀਕੇ ਨਾਲ ਪਾਣੀ ਦਿੱਤਾ ਜਾਵੇ ਜਿਨ੍ਹਾਂ ਤੇ ਕੋਈ ਉਹ ਬੰਦ ਨਾ ਕਰਨ। ਇਹ ਸਾਡੀ ਗੌਰਮੈਂਟ ਨੂੰ ਅਪੀਲ ਹੈ ਕਿ ਹਰ ਸਾਲ ਸਾਡੀਆਂ ਨਸਲ ਦਰ ਨਸਲ ਇਹ ਸਿਸਟਮ ਚੱਲਦਾ ਪਿਆ, ਤੇ ਸਾਡੀ ਗੌਰਮੈਂਟ ਤਗੜੀ ਹੋ ਤੇ ਉਹਨਾਂ ਨੂੰ ਆਖੇ ਕਿ ਜਾਂ ਇਹਨੂੰ ਰੋਕੋ ਤੇ ਜਾਂ ਫਿਰ ਸਾਨੂੰ ਪ੍ਰੋਪਰ ਤਰੀਕੇ ਨਾਲ ਪਾਣੀ ਦਿਓ, ਜੋ ਸਾਡਾ ਹਿੱਸਾ ਹੈ, ਜੋ ਸਾਡਾ ਹਿੱਸਾ ਹੈ, ਜੋ ਬਣਦਾ ਹੈ ਸਾਡਾ। ਇਹ ਸਾਡੀ ਗੁਜ਼ਾਰਿਸ਼ ਹੈ ਗੌਰਮੈਂਟ।